ਕਦੇ ਸੋਚਿਆ ਹੈ ਕਿ ਕੋਈ ਕੰਪਿਊਟਰ ਇੱਕੋ ਵੇਲੇ ਇੰਨੇ ਸਾਰੇ ਕੰਮ ਕਿਵੇਂ ਕਰ ਲੈਂਦਾ ਹੈ? ਖੈਰ, ਇਸ ਦਾ ਸਾਰਾ ਰਾਜ਼ ਇਸ ਦੇ ਦਿਮਾਗ ਵਿੱਚ ਛੁਪਿਆ ਹੋਇਆ ਹੈ, ਜਿਸ ਨੂੰ ਆਪਾਂ ਕੰਪਿਊਟਰ ਮੈਮਰੀ ਕਹਿੰਦੇ ਹਾਂ। ਆਓ ਅੱਜ ਇਸ ਦਿਮਾਗ ਦੇ ਅੰਦਰ ਝਾਤ ਮਾਰੀਏ ਤੇ ਸਮਝੀਏ ਕਿ ਇਹ ਕਿਵੇਂ ਕੰਮ ਕਰਦਾ ਹੈ। ਤਾਂ ਸਭ ਤੋਂ ਵੱਡਾ ਸਵਾਲ ਇਹੀ ਹੈ, ਇੱਕ ਕੰਪਿਊਟਰ ਆਖਿਰ ਸੋਚਦਾ ਕਿਵੇਂ ਹੈ? ਇਹ ਆਪਣੀਆਂ ਸਾਰੀਆਂ ਫਾਈਲਾਂ, ਸਾਰੇ ਕੰਮਾਂ ਨੂੰ ਯਾਦ ਕਿਵੇਂ ਰੱਖਦਾ ਹੈ? ਜਵਾਬ, ਜਿਵੇਂ ਕਿ ਆਪਾਂ ਦੇਖਾਂਗੇ, ਇਸ ਦੀ ਮੈਮਰੀ ਦੇ ਅੰਦਰ ਹੀ ਲੁਕਿਆ ਹੋਇਆ ਹੈ। ਬਹੁਤ ਸੌਖੇ ਸ਼ਬਦਾਂ ਵਿੱਚ ਕੰਪਿਊਟਰ ਦੀ ਮੈਮਰੀ ਨੂੰ ਉਸ ਦੇ ਦਿਮਾਗ ਵਾਂਗ ਸਮਝੋ। ਇਹ ਇੱਕ ਅਜਿਹੀ ਥਾਂ ਹੈ ਜਿੱਥੇ ਸਾਰਾ ਡਾਟਾ ਅਤੇ ਹਿਦਾਇਤਾਂ ਸਟੋਰ ਹੁੰਦੀਆਂ ਨੇ, ਤਾਂ ਜੋ ਕੰਪਿਊਟਰ ਆਪਣਾ ਕੰਮ ਸਹੀ ਢੰਗ ਨਾਲ ਕਰ ਸਕੇ। ਇਹ ਉਸ ਦਾ ਵਰਕਸਪੇਸ ਵੀ ਹੈ ਅਤੇ ਉਸ ਦੀ ਯਾਦਦਾਸ਼ਤ ਵੀ। ਅੱਜ ਦੇ ਸਫ਼ਰ ਵਿੱਚ ਆਪਾਂ ਸਭ ਤੋਂ ਪਹਿਲਾਂ ਕੰਪਿਊਟਰ ਦੇ ਦਿਮਾਗ ਦੀ ਬਣਤਰ ਨੂੰ ਸਮਝਾਂਗੇ, ਫਿਰ ਮੈਮਰੀ ਦੀਆਂ ਦੋ ਮੁੱਖ ਕਿਸਮਾਂ ਤੇ ਨਜ਼ਰ ਮਾਰਾਂਗੇ। ਇਸ ਤੋਂ ਬਾਅਦ ਰੈਮ ਅਤੇ ਰੋਮ ਦੀ ਦੁਨੀਆ ਵਿੱਚ ਗੋਤਾ ਲਗਾਵਾਂਗੇ, ਸਥਾਈ ਸਟੋਰੇਜ ਨੂੰ ਜਾਣਾਂਗੇ ਅਤੇ ਅਖੀਰ ਵਿੱਚ ਕੰਪਿਊਟਰ ਦੀ ਤੇਜ਼ ਰਫ਼ਤਾਰ ਦੇ ਪਿੱਛੇ ਛੁਪੇ ਰਾਜ਼ ਯਾਨੀ ਕਿ ਕੈਸ਼ੇ ਮੈਮਰੀ ਦਾ ਪਰਦਾਫਾਸ਼ ਕਰਾਂਗੇ। ਤਾਂ ਫਿਰ ਆਇਓ ਸ਼ੁਰੂਆਤ ਕਰੀਏ ਇਸ ਦਿਮਾਗ ਦੇ ਅੰਦਰ ਝਾਤ ਮਾਰਨ ਨਾਲ। ਸਭ ਤੋਂ ਪਹਿਲਾਂ ਇਹ ਸਮਝਦੇ ਹਾਂ ਕਿ ਕੰਪਿਊਟਰ ਆਪਣੀ ਸਾਰੀ ਜਾਣਕਾਰੀ ਨੂੰ ਤਰਤੀਬ ਕਿਵੇਂ ਦਿੰਦਾ ਹੈ। ਦੇਖੋ, ਕੰਪਿਊਟਰ ਮੈਮਰੀ ਕੋਈ ਇੱਕ ਵੱਡਾ ਖਾਲੀ ਕਮਰਾ ਨਹੀਂ ਹੈ। ਇਸ ਨੂੰ ਲੱਖਾਂ ਕਰੋੜਾਂ ਛੋਟੇ-ਛੋਟੇ ਖਾਨਿਆਂ ਵਿੱਚ ਵੰਡਿਆ ਗਿਆ ਹੈ, ਜਿਨ੍ਹਾਂ ਨੂੰ ਸੈੱਲ ਕਹਿੰਦੇ ਨੇ। ਅਤੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਹਰ ਸੈੱਲ ਦਾ ਆਪਣਾ ਇੱਕ ਵੱਖਰਾ ਪਤਾ ਹੁੰਦਾ ਹੈ, ਬਿਲਕੁਲ ਇੱਕ ਘਰ ਦੇ ਪਤੇ ਵਾਂਗ, ਤਾਂ ਜੋ ਕੰਪਿਊਟਰ ਨੂੰ ਜਦੋਂ ਵੀ ਕੋਈ ਜਾਣਕਾਰੀ ਚਾਹੀਦੀ ਹੋਵੇ, ਉਹ ਸਿੱਧਾ ਉਸ ਪਤੇ ਤੇ ਪਹੁੰਚ ਸਕੇ। ਜਿਵੇਂ ਆਪਣੇ ਦਿਮਾਗ ਵਿੱਚ ਵੀ ਦੋ ਤਰ੍ਹਾਂ ਦੀ ਯਾਦਾਸ਼ਤ ਹੁੰਦੀ ਹੈ, ਕੁਝ ਗੱਲਾਂ ਜਿਹੜੀਆਂ ਆਪਾਂ ਥੋੜੇ ਸਮੇਂ ਲਈ ਯਾਦ ਰੱਖਦੇ ਹਾਂ ਤੇ ਕੁਝ ਜਿਹੜੀਆਂ ਸਾਰੀ ਉਮਰ ਯਾਦ ਰਹਿੰਦੀਆਂ ਨੇ, ਬਿਲਕੁਲ ਉਸੇ ਤਰ੍ਹਾਂ ਕੰਪਿਊਟਰ ਦੀ ਮੈਮਰੀ ਵੀ ਦੋ ਮੁੱਖ ਕਿਸਮਾਂ ਵਿੱਚ ਵੰਡੀ ਹੋਈ ਹੈ। ਇਹ ਦੋ ਕਿਸਮਾਂ ਨੇ, ਅੰਦਰੂਨੀ ਤੇ ਬਾਹਰੀ ਮੈਮਰੀ। ਅੰਦਰੂਨੀ ਮੈਮਰੀ ਯਾਨੀ ਪ੍ਰਾਇਮਰੀ ਮੈਮਰੀ ਉਹ ਹੈ ਜਿੱਥੇ CPU ਸਿੱਧਾ ਕੰਮ ਕਰਦਾ ਹੈ। ਇਹ ਸਮਝੋ ਕਿ ਇਹ ਉਸ ਦਾ ਵਰਕਿੰਗ ਡੈਸਕ ਹੈ। ਦੂਜੇ ਪਾਸੇ ਬਾਹਰੀ ਮੈਮਰੀ, ਜਿਸ ਨੂੰ ਸੈਕੰਡਰੀ ਮੈਮਰੀ ਵੀ ਕਹਿੰਦੇ ਆ, ਉਹ ਲੰਬੇ ਸਮੇਂ ਲਈ ਡਾਟਾ ਸਟੋਰ ਕਰਨ ਵਾਸਤੇ ਹੈ, ਬਿਲਕੁਲ ਇੱਕ ਵੱਡੀ ਅਲਮਾਰੀ ਜਾਂ ਫਾਈਲਿੰਗ ਕੈਬਿਨੇਟ ਵਾਂਗ। ਹੁਣ ਆਓ ਕੰਪਿਊਟਰ ਦੇ ਇਸ ਚੇਤੰਨ ਮਨ ਯਾਨੀ ਪ੍ਰਾਇਮਰੀ ਮੈਮਰੀ ਦੇ ਅੰਦਰ ਝਾਤੀ ਮਾਰੀਏ। ਇੱਥੇ ਦੋ ਮੁੱਖ ਖਿਡਾਰੀ ਨੇ, ਰੈਮ ਅਤੇ ਰੋਮ। ਇੱਕ ਨੂੰ ਆਪਾਂ ਇਸ ਦਾ ਵਰਕਿੰਗ ਮਾਈਂਡ ਕਹਿ ਸਕਦੇ ਹਾਂ ਅਤੇ ਦੂਜੇ ਨੂੰ ਇਸ ਦੀਆਂ ਬੁਨਿਆਦੀ ਜਮਾਂਦਰੂ ਹਦਾਇਤਾਂ। ਪਹਿਲਾਂ ਗੱਲ ਕਰਦੇ ਹਾਂ ਰੈਮ ਦੀ, ਯਾਨੀ ਕਿ ਰੈਂਡਮ ਐਕਸੈਸ ਮੈਮਰੀ। ਇਹ ਇੱਕ ਵੋਲੇਟਾਈਲ ਮੈਮਰੀ ਹੈ। ਵੋਲੇਟਾਈਲ ਦਾ ਸਿੱਧਾ ਮਤਲਬ ਹੈ ਕਿ ਜਦੋਂ ਤੱਕ ਕੰਪਿਊਟਰ ਚੱਲ ਰਿਹਾ ਹੈ, ਇਹ ਸਾਰੇ ਮੌਜੂਦਾ ਕੰਮ ਨੂੰ ਸਟੋਰ ਕਰਕੇ ਰੱਖਦੀ ਹੈ, ਪਰ ਜਿਵੇਂ ਹੀ ਬਿਜਲੀ ਬੰਦ ਹੋਈ, ਇਸ ਵਿਚਲਾ ਸਾਰਾ ਡਾਟਾ ਗਾਇਬ ਹੋ ਜਾਂਦਾ ਹੈ। ਖੇਲ ਖਤਮ। ਤੇ ਦੂਜੇ ਪਾਸੇ ਹੈ ਰੋਮ ਯਾਨੀ ਰੀਡ ਓਨਲੀ ਮੈਮਰੀ। ਇਹ ਰੈਮ ਤੋਂ ਬਿਲਕੁਲ ਉਲਟ ਨਾਨ ਵੋਲੇਟਾਈਲ ਹੈ, ਮਤਲਬ ਬਿਜਲੀ ਬੰਦ ਹੋਣ ਤੇ ਵੀ ਇਸ ਵਿਚਲਾ ਡਾਟਾ ਕਿਤੇ ਨਹੀਂ ਜਾਂਦਾ, ਉਹ ਪੱਕਾ ਰਹਿੰਦਾ ਹੈ। ਇਸ ਵਿੱਚ ਉਹ ਬਹੁਤ ਜ਼ਰੂਰੀ ਹਦਾਇਤਾਂ ਹੁੰਦੀਆਂ ਨੇ ਜਿਨ੍ਹਾਂ ਦੀ ਵਰਤੋਂ ਕੰਪਿਊਟਰ ਨੂੰ ਸਟਾਰਟ ਕਰਨ ਲਈ ਹੁੰਦੀ ਹੈ। ਤਾਂ ਸਭ ਤੋਂ ਜ਼ਰੂਰੀ ਗੱਲ ਜੋ ਯਾਦ ਰੱਖਣ ਵਾਲੀ ਹੈ ਉਹ ਇਹ ਹੈ, ਰੈਮ ਅਸਥਾਈ ਹੈ। ਇਹ ਲਗਾਤਾਰ ਬਦਲਦੀ ਰਹਿੰਦੀ ਹੈ ਤੇ ਇਸ ਵਿੱਚ ਡਾਟਾ ਲਿਖਿਆ ਤੇ ਪੜ੍ਹਿਆ ਜਾ ਸਕਦਾ ਹੈ। ਦੂਜੇ ਪਾਸੇ ਰੋਮ ਸਥਾਈ ਹੈ। ਇਸ ਨੂੰ ਬਦਲਿਆ ਨਹੀਂ ਜਾ ਸਕਦਾ, ਸਿਰਫ ਪੜ੍ਹਿਆ ਜਾ ਸਕਦਾ ਹੈ। ਰੈਮ ਮਲਟੀਟਾਸਕਿੰਗ ਲਈ ਹੈ ਤੇ ਰੋਮ ਕੰਪਿਊਟਰ ਨੂੰ ਜਗਾਉਣ ਲਈ। ਠੀਕ ਹੈ, ਆਪਾਂ ਕੰਪਿਊਟਰ ਦੇ ਵਰਕਿੰਗ ਡੈਸਕ ਨੂੰ ਤਾਂ ਚੰਗੀ ਤਰ੍ਹਾਂ ਸਮਝ ਲਿਆ। ਹੁਣ ਚੱਲਦੇ ਹਾਂ ਇਸ ਦੀ ਵਿਸ਼ਾਲ ਲਾਇਬ੍ਰੇਰੀ ਵੱਲ, ਯਾਨੀ ਕਿ ਸੈਕੰਡਰੀ ਮੈਮਰੀ, ਜਿੱਥੇ ਸਾਰਾ ਕੁਝ ਪੱਕੇ ਤੌਰ ਤੇ ਸਟੋਰ ਕੀਤਾ ਜਾਂਦਾ ਹੈ। ਸੈਕੰਡਰੀ ਮੈਮਰੀ ਦੀਆਂ ਕੁਝ ਖਾਸ ਗੱਲਾਂ ਨੇ। ਇਹ ਰੋਮ ਵਾਂਗ ਨਾਨ ਵੋਲੇਟਾਈਲ ਹੈ। ਇਸ ਦੀ ਸਟੋਰੇਜ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਹ ਰੈਮ ਦੇ ਮੁਕਾਬਲੇ ਕਾਫੀ ਸਸਤੀ ਵੀ ਪੈਂਦੀ ਹੈ, ਪਰ ਇੱਥੇ ਇੱਕ ਸਮਝੌਤਾ ਕਰਨਾ ਪੈਂਦਾ ਹੈ। ਇਸ ਦੀ ਰਫ਼ਤਾਰ ਕਾਫੀ ਹੌਲੀ ਹੁੰਦੀ ਹੈ। ਜ਼ਿਆਦਾ ਜਗ੍ਹਾ, ਘੱਟ ਕੀਮਤ, ਪਰ ਸਪੀਡ ਵੀ ਘੱਟ। ਪਰ ਸਵਾਲ ਇਹ ਉੱਠਦਾ ਹੈ ਕਿ ਹਾਰਡ ਡਿਸਕ ਵਰਗੀ ਚੀਜ਼ ਤੇ ਇੰਨਾ ਸਾਰਾ ਡਾਟਾ ਆਖਿਰ ਰੱਖਿਆ ਕਿਵੇਂ ਜਾਂਦਾ ਹੈ? ਇਸ ਨੂੰ ਸੰਗਠਿਤ ਕਿਵੇਂ ਕੀਤਾ ਜਾਂਦਾ ਹੈ? ਇਸ ਦਾ ਜਵਾਬ ਇਸ ਦੀ ਬਣਤਰ ਵਿੱਚ ਹੀ ਛੁਪਿਆ ਹੋਇਆ ਹੈ। ਜ਼ਰਾ ਇੱਕ ਪੁਰਾਣੇ ਗ੍ਰਾਮੋਫੋਨ ਰਿਕਾਰਡ ਦੀ ਕਲਪਨਾ ਕਰੋ। ਉਸੇ ਤਰ੍ਹਾਂ ਇੱਕ ਡਿਸਕ ਦੀ ਸਤ੍ਹਾ ਤੇ ਬਹੁਤ ਸਾਰੇ ਗੋਲ ਚੱਕਰ ਹੁੰਦੇ ਨੇ ਜਿਨ੍ਹਾਂ ਨੂੰ ਟਰੈਕਸ ਕਿਹਾ ਜਾਂਦਾ ਹੈ। ਸਾਰਾ ਦਾ ਸਾਰਾ ਡੇਟਾ ਅਸਲ ਵਿੱਚ ਇਹਨਾਂ ਟਰੈਕਾਂ ਤੇ ਹੀ ਲਿਖਿਆ ਜਾਂਦਾ ਹੈ। ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ। ਹਰ ਟਰੈਕ ਨੂੰ ਅੱਗੇ ਹੋਰ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਜਿਨ੍ਹਾਂ ਨੂੰ ਸੈਕਟਰ ਕਹਿੰਦੇ ਨੇ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਕਿ ਕਿਤਾਬ ਨੂੰ ਅਧਿਆਵਾਂ ਵਿੱਚ ਵੰਡਿਆ ਜਾਂਦਾ ਹੈ ਤਾਂ ਕਿ ਕਿਸੇ ਖਾਸ ਜਾਣਕਾਰੀ ਨੂੰ ਲੱਭਣਾ ਆਸਾਨ ਹੋ ਜਾਵੇ। ਤੇ ਪਤਾ ਹੈ ਇੱਕ ਆਮ ਸੈਕਟਰ ਵਿੱਚ ਕਿੰਨਾ ਡਾਟਾ ਸਟੋਰ ਹੋ ਸਕਦਾ ਹੈ? ਲਗਭਗ 512 ਬਾਈਟਸ।
ਹੁਣ ਇਹ ਸੁਣਨ ਵਿੱਚ ਬਹੁਤ ਛੋਟਾ ਲੱਗਦਾ ਹੈ, ਪਰ ਜਦੋਂ ਲੱਖਾਂ ਕਰੋੜਾਂ ਸੈਕਟਰ ਇਕੱਠੇ ਮਿਲਦੇ ਹਨ ਤਾਂ ਉਹ ਇੱਕ ਵਿਸ਼ਾਲ ਡਿਜੀਟਲ ਲਾਇਬ੍ਰੇਰੀ ਬਣਾ ਦਿੰਦੇ ਹਨ। ਅਤੇ ਹੁਣ ਗੱਲ ਕਰਦੇ ਹਾਂ ਕੰਪਿਊਟਰ ਦੀ ਸਪੀਡ ਦੇ ਅਸਲੀ ਰਾਜ਼ ਦੀ, ਕੈਸ਼ੇ ਮੈਮਰੀ। ਇਸ ਨੂੰ CPU ਦਾ ਸਭ ਤੋਂ ਤੇਜ਼, ਸਭ ਤੋਂ ਖਾਸ ਅਤੇ ਸਭ ਤੋਂ ਭਰੋਸੇਮੰਦ ਸਹਾਇਕ ਸਮਝੋ। ਤਾਂ ਕੈਸ਼ੇ ਮੈਮਰੀ ਹੈ ਕੀ? ਇਹ ਇੱਕ ਬਹੁਤ ਹੀ ਤੇਜ਼ ਰਫ਼ਤਾਰ ਵਾਲੀ ਛੋਟੀ ਜੀ ਮੈਮਰੀ ਹੈ। ਇਹ ਸੁਪਰਫਾਸਟ CPU ਅਤੇ ਉਸ ਤੋਂ ਥੋੜੀ ਹੌਲੀ RAM ਦੇ ਵਿਚਕਾਰ ਇੱਕ ਬਫਰ ਯਾਨੀ ਇੱਕ ਪੁਲ ਦਾ ਕੰਮ ਕਰਦੀ ਹੈ। ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ CPU ਨੂੰ ਡੇਟਾ ਲਈ ਇੰਤਜ਼ਾਰ ਨਾ ਕਰਨਾ ਪਵੇ। ਇਸ ਦਾ ਕੰਮ ਕਰਨ ਦਾ ਤਰੀਕਾ ਬੜਾ ਸਮਾਰਟ ਹੈ। ਜਦੋਂ CPU ਨੂੰ ਕੋਈ ਡਾਟਾ ਚਾਹੀਦਾ ਹੁੰਦਾ ਹੈ ਤਾਂ ਉਹ ਪਹਿਲਾਂ RAM ਕੋਲ ਜਾਣ ਦੀ ਬਜਾਏ ਕੈਸ਼ੇ ਦਾ ਦਰਵਾਜ਼ਾ ਖੜਕਾਉਂਦਾ ਹੈ। ਜੇ ਡਾਟਾ ਉੱਥੇ ਮੌਜੂਦ ਹੈ, ਬੂਮ, ਕੰਮ ਬਿਜਲੀ ਦੀ ਗਤੀ ਨਾਲ ਹੋ ਜਾਂਦਾ ਹੈ। ਜੇ ਨਹੀਂ ਤਾਂ ਡਾਟਾ RAM ਤੋਂ ਲਿਆ ਜਾਂਦਾ ਹੈ, ਪਰ ਭਵਿੱਖ ਵਿੱਚ ਵਰਤਣ ਲਈ ਉਸ ਦੀ ਇੱਕ ਕਾਪੀ ਕੈਸ਼ੇ ਵਿੱਚ ਰੱਖ ਦਿੱਤੀ ਜਾਂਦੀ ਹੈ। ਤਾਂ ਸਵਾਲ ਇਹ ਉੱਠਦਾ ਹੈ ਕਿ ਜੇ ਕੈਸ਼ੇ ਇੰਨੀ ਹੀ ਤੇਜ਼ ਹੈ ਤਾਂ ਆਪਾਂ ਪੂਰਾ ਕੰਪਿਊਟਰ ਇਸ ਨਾਲ ਹੀ ਕਿਉਂ ਨਹੀਂ ਬਣਾ ਲੈਂਦੇ? ਖੈਰ, ਇਸ ਦੇ ਦੋ ਵੱਡੇ ਕਾਰਨ ਨੇ। ਪਹਿਲਾ, ਇਹ ਬੇहद ਮਹਿੰਗੀ ਹੁੰਦੀ ਹੈ ਅਤੇ ਦੂਜਾ, ਇਸ ਦੀ ਸਟੋਰੇਜ ਸਮਰੱਥਾ ਬਹੁਤ ਘੱਟ ਹੁੰਦੀ ਹੈ। ਇਹ ਸਪੀਡ, ਕੀਮਤ ਅਤੇ ਆਕਾਰ ਦੇ ਵਿਚਕਾਰ ਇੱਕ ਬਹੁਤ ਜ਼ਰੂਰੀ ਸੰਤੁਲਨ ਹੈ। ਤਾਂ ਜੇ ਆਪਾਂ ਇਹ ਸਾਰੀ ਜਾਣਕਾਰੀ ਨੂੰ ਇਕੱਠਾ ਕਰੀਏ ਤਾਂ ਇੱਕ ਮੈਮਰੀ ਦਾ ਪਿਰਾਮਿਡ ਬਣਦਾ ਹੈ। ਸਿਖਰ ਤੇ ਸਭ ਤੋਂ ਤੇਜ਼, ਸਭ ਤੋਂ ਛੋਟੀ ਅਤੇ ਸਭ ਤੋਂ ਮਹਿੰਗੀ ਕੈਸ਼ੇ ਮੈਮਰੀ। ਵਿਚਕਾਰ ਸਾਡਾ ਵਰਕਸਪੇਸ ਯਾਨੀ ਪ੍ਰਾਇਮਰੀ ਮੈਮਰੀ ਅਤੇ ਸਭ ਤੋਂ ਹੇਠਾਂ ਵਿਸ਼ਾਲ, ਸਸਤੀ ਅਤੇ ਥੋੜੀ ਹੌਲੀ ਸੈਕੰਡਰੀ ਮੈਮਰੀ, ਜੋ ਕਿ ਸਾਡੀ ਸਥਾਈ ਡਿਜੀਟਲ ਲਾਇਬ੍ਰੇਰੀ ਹੈ। ਤਾਂ ਜਾਂਦੇ ਇੱਕ ਸਵਾਲ ਤੁਹਾਡੇ ਲਈ ਛੱਡ ਜਾਂਦੇ ਹਾਂ। ਜ਼ਰਾ ਸੋਚੋ, ਜਿਵੇਂ-ਜਿਵੇਂ ਮੈਮਰੀ ਹੋਰ ਵੀ ਤੇਜ਼ ਅਤੇ ਸਸਤੀ ਹੁੰਦੀ ਜਾਵੇਗੀ, ਸਾਡੇ ਕੰਪਿਊਟਰਾਂ, ਸਾਡੇ ਫੋਨਾਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ? ਇਹ ਸਾਡੇ ਕੰਮ ਕਰਨ ਦੇ ਤਰੀਕੇ ਨੂੰ ਕਿਵੇਂ ਬਦਲੇਗੀ? ਇਸ ਬਾਰੇ ਜ਼ਰੂਰ ਸੋਚਣਾ। ਇਸ ਵਿਸ਼ਲੇਸ਼ਣ ਵਿੱਚ ਸ਼ਾਮਿਲ ਹੋਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।